मैं प्रदीप सिंह जी, जो कि मैं सुबह 1 ਵਜੇ ਦੁੱਧ ਦਾ ਕੰਮ ਕਰਦਾ ਸੀ। ਦੁੱਧ ਪਾ ਕੇ ਵਿਹਲਾ ਹੋਇਆ ਤੇ 2 ਕੁ ਵਜੇ ਮੈਂ ਆਪਦੀ ਸਿਸਟਰ ਕੋਲ ਗਿਆ ਰਿਸ਼ਤੇਦਾਰੀ 'ਚ ਪਿੰਡ ਰੌਂਤਾ। ਉਸ ਤੋਂ ਬਾਅਦ 2-3 ਬੰਦੇ ਮੇਰੀ ਦੁਕਾਨ ਤੇ ਆਉਂਦੇ ਆ ਕੇ ਕਹਿੰਦੇ ਆ ਵੀ ਪ੍ਰਦੀਪ ਸਿੰਘ ਕਿੱਥੇ ਹੈ। ਉੱਥੇ ਆ ਕੇ ਪੁੱਛ ਕੇ ਚਲੇ ਜਾਂਦੇ ਆ। ਫਿਰ 5 ਵਜੇ ਬੰਦੇ ਆਉਂਦੇ ਆ ਕੇ ਮੇਰੇ ਜੋ ਮੰਮੀ ਡੈਡ ਹੈ, ਜੋ ਕਿ ਬਹੁਤ ਹੀ ਬਿਮਾਰ ਰਹਿੰਦੇ ਸੀ, ਡੈਡੀ ਨਾਲ ਮੰਮੀ ਵੀ ਦੁਕਾਨ ਤੇ ਬਹਿੰਦੇ, ਉੱਥੇ ਆ ਕੇ ਉਹਨਾਂ ਨੂੰ ਪੁੱਛਦੇ ਵੀ ਪ੍ਰਦੀਪ ਸਿੰਘ, ਉਹ ਕਹਿੰਦੇ ਵੀ ਐਂ ਕਰਕੇ ਉਹ ਬਾਹਰ ਗਿਆ ਆ ਤੇ ਆ ਨਹੀਂ ਸਕਦਾ, ਉਹਨੂੰ ਬੁਲਾ ਦਿਆਂਗੇ, ਦੱਸੋ ਗੱਲ ਦੱਸੋ, ਤੁਸੀਂ ਕਿੱਥੋਂ ਆਏ ਹੋ ਤੇ ਕੌਣ ਹੋ, ਕੀ ਗੱਲ ਕਰਨੀ ਹੈ। ਉਹਨਾਂ ਨੇ ਦੱਸਿਆ ਵੀ ਅਸੀਂ ਉਹਨੂੰ ਮਿਲਣਾ ਹੈ। ਉੱਥੇ ਮਾਰਕੀਟ ਵੀ ਇਕੱਠੀ ਹੋਈ, ਉਹ ਕਹਿੰਦੇ ਵੀ ਤੁਹਾਨੂੰ ਥਾਣੇ ਬੁਲਾਇਆ। ਉਹਨਾਂ ਨੇ ਦੁਕਾਨ ਬੰਦ ਕਰਾਈ, ਮੰਮੀ ਡੈਡੀ ਨੂੰ ਮੇਰੇ ਨੂੰ ਜੀਪ ਦੇ ਵਿੱਚ ਬਹਾਇਆ। ਜੋ ਮਾਰਕੀਟ ਇਕੱਠੀ ਹੋਈ ਵੀ ਤੁਸੀਂ ਇਹਨਾਂ ਨੂੰ ਲੈ ਕੇ ਨਾ ਜਾਓ, ਅਸੀਂ ਆਪਦੀ ਜ਼ਿੰਮੇਵਾਰੀ ਤੇ ਇਹਨਾਂ ਨੂੰ ਉੱਥੇ ਤੁਹਾਨੂੰ ਲੈ ਕੇ ਆਉਣੇ ਆ। ਇਹ ਫਰੀਦਕੋਟ ਦੀ ਘਟਨਾ ਹੈ? ਕੋਟਕਪੂਰਾ ਦੀ ਜੀ। ਉੱਥੇ ਜਦੋਂ ਥਾਣੇ ਚਲੇ ਗਏ, ਮੈਨੂੰ ਫੋਨ ਕੀਤਾ, ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਆ ਜਾਣਾ ਜੀ। ਉਸ ਤੋਂ ਬਾਅਦ ਮੈਂ ਆਇਆ, ਮੈਂ ਆਉਣਾ ਸੀ ਉਦੋਂ ਪਹਿਲਾਂ ਇਹਨਾਂ ਨੇ ਪੁਲਿਸ ਭੇਜੀ, ਮੈਂ ਰੌਂਤੋਂ ਚੱਲ ਪਿਆ, ਇਹ ਉੱਥੇ ਚਲੇ ਗਏ। ਉੱਥੋਂ ਮੈਂ ਉਹਨਾਂ ਨੂੰ ਮਿਲਿਆ ਨਹੀਂ, ਮੇਰੇ ਜੀਜਾ ਜੀ ਤੇ ਮੇਰੇ ਭਾਂਜਾ ਜੀ, ਉਹਨਾਂ ਨੂੰ ਪਹਿਲਾਂ ਚੱਕ ਲਿਆਂਦਾ ਗਿਆ। ਉਸ ਤੋਂ ਬਾਅਦ ਮੈਨੂੰ ਜਦੋਂ ਮੈਂ ਆਇਆ, ਮੈਨੂੰ ਇੱਧਰੋਂ ਗੱਡੀ, ਮੇਰੇ ਰਿਸ਼ਤੇਦਾਰ ਗਏ, ਮੈਂ ਵੀ ਆ ਗਿਆ। ਮੇਰੇ ਆਉਣ ਤੱਕ ਮੇਰੇ ਸਾਰੇ ਜੋ ਰਿਸ਼ਤੇਦਾਰ ਸੀ ਉਹ ਥਾਣੇ ਦੇ ਵਿੱਚ ਇਕੱਠੇ ਕੀਤੇ ਹੋਏ ਸੀ, ਜੋ ਕਿ ਮੇਰਾ ਸਹੁਰਾ ਪਰਿਵਾਰ ਸੀ, ਮੇਰੇ ਬੱਚੇ ਸੀ। ਮੈਂ ਆ ਕੇ ਪੁੱਛਿਆ ਜੀ ਗੱਲ ਦੱਸੋ ਵੀ ਇਹਨਾਂ ਨੂੰ ਕਾਹਤੋਂ ਪਾਇਆ ਹੋਇਆ। ਉਹ ਕਹਿੰਦੇ ਵੀ ਕੋਈ ਗੱਲ ਨਹੀਂ, ਤੈਨੂੰ ਉੱਥੇ ਜਗਰਾਮੀ ਅਫਸਰਾਂ ਕੋਲੇ ਮਿਲਾ ਕੇ ਲੈ ਕੇ ਆਉਣਾ। ਜਦੋਂ ਉਸ ਟਾਈਮ ਤੋਂ 9 ਵੱਜ ਚੁੱਕੇ ਸੀ, ਰਾਤ ਦੇ 9 ਵੱਜ ਚੁੱਕੇ ਸੀ। ਮੈਨੂੰ ਜਦੋਂ ਗੱਡੀ 'ਚ ਬਹਾਇਆ, ਮੇਰੇ ਪਰਿਵਾਰ ਨੂੰ ਛੱਡ ਦਿੱਤਾ। ਮੇਰੇ ਪਰਿਵਾਰ ਫਿਰ ਇਹਨਾਂ ਨੇ ਜਾ ਕੇ ਗ੍ਰੀਨ ਢਾਬੇ 'ਤੇ ਰੋਟੀ ਖਾਧੀ। ਰੋਟੀ ਖਾ ਕੇ ਸਾਨੂੰ ਉੱਥੇ 10-10:30 ਵੱਜ ਗਏ। ਹੌਲੀ ਹੌਲੀ ਗਏ, ਮੈਨੂੰ ਇਹਨਾਂ ਨੇ ਜਗਰਾਮੀ, ਮੈਨੂੰ ਨਹੀਂ ਪਤਾ ਸੀ ਵੀ ਉਹ ਜਗਰਾਮੀ ਥਾਂ ਹੈ। ਜਦੋਂ ਗਏ, ਉਹ ਗੇਟ 'ਤੇ ਲਿਜਾ ਕੇ 1:30 ਦਾ ਟਾਈਮ ਸੀ, ਮੈਨੂੰ ਅੰਦਰ ਵਾੜਤਾ ਤੇ ਆਪ ਵਾਪਸ ਚਲੇ ਆਏ। ਜਦੋਂ ਮੈਂ ਗਿਆ ਤੇ ਮੈਨੂੰ ਇੱਕ ਅੰਦਰ ਬੈਰਕ ਦੇ ਵਿੱਚ ਬਹਾ ਦਿੱਤਾ ਗਿਆ। ਉਸ ਵਿੱਚ ਮੈਂ 2 ਬੰਦੇ, ਜਿਨ੍ਹਾਂ ਨੂੰ ਪਹਿਲਾਂ ਮੈਂ ਜਾਣਦਾ ਨਹੀਂ ਸੀ, ਜਿਨ੍ਹਾਂ ਦਾ ਨਾਂ ਸੀ ਭੋਲਾ ਤੇ ਸ਼ਕਤੀ, ਉਹਨਾਂ ਨੂੰ ਮੈਂ ਦੇਖਿਆ, ਉਹ ਬੜੇ, ਉਹਨਾਂ ਦਾ ਬੁਰਾ ਹਾਲ ਸੀ, ਬੜੇ ਡਰੇ ਹੋਏ ਸੀ ਤੇ ਉਹਨਾਂ ਦੀ ਹਾਲਤ ਬਹੁਤ ਖਰਾਬ ਸੀ। ਮੈਂ ਉਹਨਾਂ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਮੇਰੇ ਨਾਲ ਗੱਲ ਨਹੀਂ ਕੀਤੀ, ਕਹਿੰਦੇ ਸਾਡੇ ਨਾਲ ਗੱਲ ਨਾ ਕਰ, ਤੂੰ ਪਾਸੇ ਹੋ ਕੇ ਬਹਿ ਜਾ। ਉਹ ਇੰਨਾ ਹੀ ਡਰੇ ਹੋਏ ਸੀ। ਮੈਂ ਵੀ ਬਹਿ ਗਿਆ। ਆਸੇ ਪਾਸੇ ਉਹਨਾਂ ਦੇ ਪੁਲਿਸ ਮੁਲਾਜ਼ਮ ਖੜ੍ਹੇ ਸੀ, ਨੇੜੇ ਸਾਰੇ 3-4 ਮੁਲਾਜ਼ਮ ਲਾਏ ਹੋਏ ਸੀ। ਉਸ ਤੋਂ ਬਾਅਦ ਇਹ ਮੇਰੇ ਪਾਸੇ ਬੈਠੇ ਰਹੇ, ਸਾਰੀ ਰਾਤ ਮੇਰੀ ਆਈ ਲੰਘ ਗਈ। 5:30 ਵਜੇ ਦਾ ਟਾਈਮ ਸੀ। ਕੁਛ ਅਫਸਰ ਆਏ, DIG ਰੈਂਕ ਦੇ ਅਫਸਰ, ਜਦੋਂ ਅੰਦਰ ਬੈਠੇ ਆਵਾਜ਼ ਮਾਰੀ ਵੀ ਰਾਜੂ ਦੋਧੀ ਕੌਣ ਹੈ, ਜੋ ਮੇਰਾ ਸ਼ਾਰਟ ਨਾਮ ਹੈ, ਉਹਨੂੰ ਅੰਦਰ ਲੈ ਕੇ ਆਓ। ਮੈਂ ਅੰਦਰ ਚਲਾ ਗਿਆ, ਮੈਨੂੰ ਖੜਾਇਆ, ਮੈਨੂੰ ਪਹਿਲਾਂ ਬੜੇ ਪਿਆਰ ਨਾਲ ਬੁਲਾਇਆ, ਕਹਿੰਦੇ ਹਾਂ ਬੇਟਾ। ਮੈਂ ਕਿਹਾ ਸਰ ਜੀ ਦੱਸੋ ਮੈਨੂੰ ਕਿਹੜੇ ਕੇਸ ਦੇ ਵਿੱਚ ਲੈ ਕੇ ਆਏ ਹੋ। ਕੋਈ ਨਾਮ ਯਾਦ ਆ ਤੁਹਾਨੂੰ? ਉਸ ਕੀ ਨਾਮ ਸੀ? DIG ਖਟੜਾ ਜੀ ਬੈਠੇ ਸੀ ਸਾਹਮਣੇ ਕੁਰਸੀ ਤੇ, ਹੋਰ ਅਫਸਰ ਵੀ ਖੜੇ ਸੀ ਜਿਨ੍ਹਾਂ ਦੇ ਮੈਨੂੰ ਨਾਮ ਨਹੀਂ ਪਤਾ। ਮੈਂ ਪੁੱਛਿਆ ਹਾਂਜੀ ਸਰ ਜੀ ਮੈਨੂੰ ਕਿਹੜੇ ਕੇਸ 'ਚ ਲੈ ਕੇ ਆਏ ਆ। ਇੱਕ ਬਹੁਤ ਹੀ ਲੰਮੇ ਜਿਹੇ ਕੱਦ ਦਾ ਅਫਸਰ ਸੀ, ਉਹਨੇ ਤਲੀਆਂ ਨਾਲ ਮੇਰੇ ਕੰਨਾਂ ਦੇ ਉੱਤੇ ਜ਼ੋਰਦਾਰ ਚਪੇੜਾਂ ਵਾਂਗ ਮਾਰਿਆ ਤੇ ਮੈਨੂੰ ਇੰਜ ਲੱਗਾ ਵੀ ਜਿਹੜਾ ਮੇਰਾ ਸਾਰਾ ਸਿਸਟਮ ਹੀ ਹਿੱਲ ਗਿਆ ਹੁੰਦਾ। ਮੈਂ ਕਿਹਾ ਜੀ ਜਨਾਬ ਮੈਨੂੰ ਐਂ ਤਾਂ ਦੱਸ ਦਿਓ ਮੈਨੂੰ ਕਿਹੜੇ ਕੇਸ 'ਚ ਲੈ ਕੇ ਆਏ ਆ। 5-6 ਵਾਰ ਇਸ ਤਰ੍ਹਾਂ ਕੀਤਾ। ਮੈਂ ਫਿਰ ਵੀ ਮੈਂ ਪੁੱਛੀ ਗਿਆ ਮੈਨੂੰ ਦੱਸ ਦਿਓ ਮੈਨੂੰ ਕਿਹੜੇ ਕੇਸ 'ਚ ਲੈ ਕੇ ਆਏ ਆ। ਫਿਰ ਉਹਨਾਂ ਨੇ ਮੈਨੂੰ ਇੱਕ ਕੁਰਸੀ ਤੇ ਬਾਲਿਆ, ਕਹਿੰਦੇ ਵੀ ਇਹਦੇ ਕੱਪੜੇ ਉਤਾਰੋ, ਇਹ ਐ ਨਹੀਂ ਮੰਨਦਾ। ਜਦੋਂ ਕੱਪੜੇ ਮੇਰੇ ਉਤਾਰੇ, ਕੁਰਸੀ ਤੇ ਬਹਾ ਕੇ ਮਗਰ ਡਾਂਗ ਹੱਥਾਂ ਦੇ ਵਿੱਚ ਪਾਤੀ। ਇੱਕ ਫੋਨ ਦੀ ਤਰ੍ਹਾਂ ਉਹਨਾਂ ਕੋਲ ਸੀ, ਉਹਨਾਂ ਨੇ ਜ਼ੋਰਦਾਰ ਕਰੰਟ ਲਾਇਆ। ਉਹ ਕਰੰਟ ਮੈਂ 10-15 ਮਿੰਟ ਝੱਲਿਆ। 15 ਮਿੰਟ ਤੋਂ ਬਾਅਦ ਮੇਰੇ ਤੋਂ ਉਹ ਝੱਲਿਆ ਨਹੀਂ ਗਿਆ, ਮੇਰੇ ਮੂੰਹ 'ਚੋਂ ਝੱਗ ਆ ਗਈ, ਜੋ ਮੇਰੇ ਤੋਂ ਬਰਦਾਸ਼ਤ ਨਹੀਂ ਹੋਇਆ। ਕਿਵੇਂ ਲਾਉਂਦੇ ਸੀ ਕਰੰਟ? ਕਿਵੇਂ ਕਿੱਦਾਂ? ਕਰੰਟ ਗੁਪਤ ਅੰਗਾਂ ਤੇ ਵੀ ਲਾਉਂਦੇ ਸੀ ਤੇ ਜੀਭ ਤੇ ਵੀ ਲਾਉਂਦੇ ਸੀ। ਅੱਛਾ। ਜ਼ੋਰਦਾਰ ਜਦੋਂ ਕਰੰਟ ਲਾਇਆ, ਕਹਿੰਦੇ ਵੀ ਦੱਸ। ਮੈਂ ਕਿਹਾ ਜੀ ਮੈਨੂੰ ਪਤਾ ਹੀ ਨਹੀਂ, ਤੁਸੀਂ ਮੈਨੂੰ ਕਿਹੜੇ ਕੇਸ 'ਚ ਲੈ ਕੇ, ਕੀ ਗੱਲ ਆ, ਮੈਨੂੰ ਗੱਲ ਤਾਂ ਦੱਸੋ। ਇਸ ਤਰ੍ਹਾਂ ਜਦੋਂ ਵਾਰ-ਵਾਰ ਕਰੰਟ ਲਾਇਆ, 10-15 ਮਿੰਟ ਤੋਂ ਬਾਅਦ ਮੇਰੇ ਤੋਂ ਬਰਦਾਸ਼ਤ ਨਹੀਂ ਹੋਇਆ, ਮੈਂ ਬੇਹੋਸ਼ ਹੋ ਗਿਆ। ਇੰਨੇ ਵਿੱਚ ਮੈਨੂੰ ਬਾਹਰ ਲੈ ਗਏ, ਕਹਿੰਦੇ ਇਹਨੂੰ ਲੈ ਜਾਓ। ਇਹ ਤੇ ਬਾਹਰ ਲੈ ਗਏ। ਅਗਲੇ ਦਿਨ ਫਿਰ ਇਸ ਤਰ੍ਹਾਂ ਹੋਰ ਬੰਦੇ ਜੋ ਸੀ ਉਹਨਾਂ ਨੂੰ ਟੌਰਚਰ ਕਰਦੇ ਰਹੇ। ਅਗਲੇ ਦਿਨ ਫਿਰ ਮੈਨੂੰ ਜਦੋਂ ਅੰਦਰ ਲੈ ਗਏ, ਕੱਪੜੇ ਮੇਰੇ ਉਤਾਰੇ, ਲੈ ਕੇ ਗਏ, ਮੈਨੂੰ ਟੌਰਚਰ ਕੀਤਾ। 2 ਬੰਦੇ ਮੇਰੇ ਗੋਡਿਆਂ ਤੇ ਬਹਾ ਕੇ ਮੇਰੀਆਂ ਲੱਤਾਂ ਖੋਲ੍ਹੀਆਂ ਗਈਆਂ। ਬੜਾ ਬੁਰੀ ਹਾਲਤ ਹੋਈ, ਮੇਰੇ ਦਰਦ ਪੇਟ ਦੇ ਵਿੱਚ ਜ਼ਿਆਦਾ ਹੋਇਆ। ਫਿਰ ਮੈਨੂੰ ਬਾਹਰ ਲੈ ਗਏ। ਬਾਹਰ ਲੈ ਕੇ ਮੇਰੇ ਦਰਦ ਹੋਣ ਕਰਕੇ ਮੈਨੂੰ ਇੰਨੀ ਕੁ ਜ਼ਿਆਦਾ ਪਰੇਸ਼ਾਨੀ ਹੋਈ। ਮੇਰੇ ਤਾਕਤ ਦੇ ਇਹਨਾਂ ਨੇ ਇੰਜੈਕਸ਼ਨ ਲਾਏ, ਦਵਾਈ ਦਿੱਤੀ। ਫਿਰ ਮੈਨੂੰ ਇੱਕ ਦਿਨ ਇਹਨਾਂ ਨੇ ਨਹੀਂ ਬੁਲਾਇਆ। 2 ਦਿਨ ਦੂਸਰੇ ਬੰਦਿਆਂ ਨੂੰ ਬਹੁਤ ਜ਼ਿਆਦਾ ਟੌਰਚਰ ਕਰਦੇ ਰਹੇ। ਬਹੁਤ ਚੀਕਾਂ ਮੈਨੂੰ ਸੁਣਦੀਆਂ ਸੀ, ਜੋ ਬਹੁਤ ਦਿਲ ਕਮਲਾਉਣ ਵਾਲੀਆਂ ਗੱਲਾਂ ਸੀ। ਬਿੱਟੂ ਨੂੰ ਵੀ ਉੱਥੇ ਲਿਆਇਆ ਗਿਆ, ਮੈਨੂੰ ਪੁੱਛਦੇ ਸੀ ਵੀ ਤੂੰ ਕਿਹਨੂੰ ਜਾਣਦਾ।
ਮੈਂ ਕਿਹਾ ਜੀ ਬਿੱਟੂ ਨੂੰ ਤਾਂ ਮੈਂ ਜਾਣਦਾ, ਮੰਨ ਲਓ ਅਸੀਂ ਸੇਵਾ ਦੇ ਵਿੱਚ ਜਾਂਦੇ ਸੀ, ਮੈਂ ਦੇਖਦਾ ਰਹਿੰਦਾ ਸੀ। ਜੋ ਇੱਕ ਸ਼ਖਸ ਸੰਨੀ ਨੂੰ ਜਾਣਦਾ, ਬਾਕੀ ਬੰਦਿਆਂ ਨੂੰ ਮੈਂ ਨਹੀਂ ਜਾਣਦਾ। ਇਸ ਤਰ੍ਹਾਂ ਟੌਰਚਰ ਕਰਦੇ ਰਹਿੰਦੇ। ਫਿਰ ਬਾਹਰ ਅਫਸਰ ਆਉਂਦੇ, ਇੱਕ ਅਫਸਰ ਆਇਆ, ਉਹ ਕਹਿੰਦਾ ਤੂੰ ਕਿਉਂ ਛਿੱਤਰ ਖਾਈ ਜਾਂਦਾ, ਆ ਤੇਰੇ ਬੰਦੇ ਬੈਠੇ ਆ ਵੀ ਤੂੰ ਮੰਨ ਜਾ। ਮੈਂ ਕਿਹਾ ਜੀ ਜਨਾਬ ਮੈਨੂੰ ਪਤਾ ਹੀ ਨਹੀਂ ਮੈਨੂੰ ਕਿਹੜੇ ਕੇਸ ਦੇ ਵਿੱਚ ਲੈ ਕੇ ਆਏ ਆ, ਮੈਂ ਕੀ ਮੰਨਾਂ। ਕਹਿੰਦੇ ਤੈਨੂੰ ਅਸੀਂ ਬੇਅਦਬੀ ਦੇ ਕੇਸ ਦੇ ਵਿੱਚ ਲੈ ਕੇ ਆਏ ਆ ਤੇ ਤੂੰ ਮੰਨ ਜਾ ਵੀ ਮੈਨੂੰ ਵੀ ਇਹਨਾਂ ਨੇ ਅੰਗ ਫੜਾਏ ਸੀ। ਮੈਂ ਕਿਹਾ ਜੀ ਮੈਨੂੰ ਗੱਲ ਦਾ ਹੀ ਨਹੀਂ ਪਤਾ, ਮੈਂ ਕੀ ਮੰਨਾਂ। ਉਸ ਤੋਂ ਬਾਅਦ ਇਸ ਤਰ੍ਹਾਂ ਟੌਰਚਰ ਕਰਦੇ ਰਹੇ। ਫਿਰ ਮੇਰੇ ਸਾਹਮਣੇ ਮੈਨੂੰ ਸੰਨੀ ਨੂੰ ਲਿਆਂਦਾ, ਇਹਦਾ ਵੀ ਬਹੁਤ ਬੁਰਾ ਹਾਲ ਸੀ ਕੁੱਟ ਨਾਲ। ਮੈਂ ਦੇਖਿਆ ਵੀ ਇੰਨਾ ਕੁ ਬੁਰਾ ਹਾਲ ਸੀ, ਇਹ ਇਹਨਾਂ ਤੋਂ ਘੁਮਾਉਂਦੇ ਰਹੇ। ਫਿਰ ਸਾਡੇ ਕੋਲ ਅਫਸਰ ਲਿਆਉਂਦੇ, ਉਹ ਬੜੇ ਪਿਆਰ ਨਾਲ ਸਲੀਕੇ ਨਾਲ ਪੁੱਛਦੇ ਵੀ ਤੂੰ ਮੈਨੂੰ ਦੱਸ ਦੇ, ਸੱਚ ਦੱਸ ਦੇ, ਤੂੰ ਨਾ ਕੁੱਟ ਖਾ, ਵੀ ਮੈਨੂੰ ਤਾਂ ਲੱਗਦਾ ਤੁਸੀਂ ਕੁਝ ਕੀਤਾ ਹੀ ਨਹੀਂ। ਅਸੀਂ ਜੇ ਉਹਨਾਂ ਮੂਹਰੇ ਕਹਿੰਦੇ ਨਹੀਂ ਜਨਾਬ ਅਸੀਂ ਕੁਝ ਨਹੀਂ ਕੀਤਾ, ਸਾਨੂੰ ਅੰਦਰ ਲਿਜਾ ਕੇ ਫਿਰ ਉਸੇ ਤਰ੍ਹਾਂ ਟੌਰਚਰ ਕੀਤਾ ਜਾਂਦਾ। ਗਲਤ ਅੰਗਾਂ 'ਤੇ ਕਰੰਟ ਲਾਇਆ ਜਾਂਦਾ, ਸਿਰ 'ਚ ਚੱਪਲਾਂ ਮਾਰੀਆਂ ਜਾਂਦੀਆਂ ਤੇ ਆ ਚੱਡੇ ਚੌੜੇ ਕੀਤੇ ਜਾਂਦੇ ਸਾਨੂੰ। ਮਤਲਬ ਆਪਦੀਆਂ, ਮੇਰੀ ਇੱਕ ਬੇਟੀ ਹੈ 15 ਸਾਲ ਦੀ, ਇਹ ਵੀ ਕਿਹਾ ਜਾਂਦਾ ਵੀ ਤੇਰੀ ਬੇਟੀ ਨੂੰ ਲਿਆ ਕੇ ਵੀ ਇਸੇ ਤਰ੍ਹਾਂ ਹੀ ਕਰਾਂਗੇ। ਉਸ ਤੋਂ ਮਤਲਬ ਇੰਨਾ ਕੁ ਬੁਰਾ ਹਾਲ ਹੋ ਜਾਂਦਾ ਵੇਖ ਕੇ ਵੀ ਜੇ ਸਾਡੇ ਨਾਲ ਕਰ ਸਕਦੇ ਆ ਤੇ ਸਾਡੇ ਪਰਿਵਾਰ ਨੂੰ ਕਿਹੜਾ ਬਖਸ਼ਣਗੇ। ਉਸ ਤੋਂ ਬਾਅਦ ਅਸੀਂ ਕਿਹਾ, ਮੈਂ ਕਿਹਾ ਵੀ ਦੱਸੋ ਜਨਾਬ, ਮੈਨੂੰ ਦੱਸੋ ਵੀ ਮੈਂ ਕਿਹੜੀ ਜਗ੍ਹਾ ਸਾਈਨ ਕਰਨੇ, ਮੈਂ ਸਾਈਨ ਕਰ ਦਿੰਦਾ। ਉਸ ਤੋਂ ਬਾਅਦ ਖਾਲੀ ਪੇਜ ਤੇ ਸਾਈਨ ਕਰਾਏ ਗਏ, ਸਾਈਨ ਕਰਾ ਕੇ ਤੇ ਮੈਨੂੰ ਬਾਹਰ ਕੱਢ ਦਿੱਤਾ ਗਿਆ। ਅੱਛਾ, ਮਤਲਬ ਇੰਨਾ ਜ਼ਿਆਦਾ ਤੁਹਾਨੂੰ ਜਲੀਲ ਕੀਤਾ ਗਿਆ ਕਿ ਬੇਟੀ ਤੱਕ ਦੀ ਉਹਨਾਂ ਨੇ ਧਮਕੀ ਦਿੱਤੀ? ਹਾਂਜੀ, ਬੇਟੀ ਤੱਕ ਦੀ ਧਮਕੀ ਦਿੱਤੀ। ਉਸ ਤੋਂ ਬਾਅਦ ਮੈਨੂੰ ਥੋੜ੍ਹੇ ਦਿਨ ਬਾਅਦ ਕਹਿੰਦੇ ਵੀ ਤੈਨੂੰ ਇੱਥੋਂ ਅਸੀਂ ਘਰੇ ਛੱਡਣ ਚੱਲੇ ਆਂ। ਘਰੇ ਛੱਡਣ ਮੈਨੂੰ ਗੱਡੀ 'ਚ ਬਹਾ ਲਿਆ, ਮੇਰੇ ਨਾਲ ਨਰਿੰਦਰ ਸ਼ਰਮਾ ਜੀ ਸੀ। ਸਾਨੂੰ ਉੱਥੇ ਜਾ ਕੇ ਮਹਿਣੇ ਥਾਣੇ ਤਾਰਤਾ। ਮਹਿਣੇ ਥਾਣੇ ਜਦੋਂ ਤਾਰਿਆ, ਮੇਰੀ ਅੱਖਾਂ ਤੇ ਪੱਟੀ ਬੰਨ੍ਹਤੀ। ਪੱਟੀ ਬੰਨ੍ਹ ਕੇ ਤੇ ਮੈਨੂੰ ਅੰਦਰ ਲੈ ਕੇ, ਮੈਨੂੰ ਨਹੀਂ ਪਤਾ ਲੱਗਾ ਵੀ ਕਿੱਥੇ ਲੈ ਕੇ ਆਏ ਆ। ਅੰਦਰ ਕੰਪਿਊਟਰ ਕੋਲ ਮੈਨੂੰ ਬਹਾ ਲਿਆ। ਇੱਕ ਅਫਸਰ ਸੀ ਲੰਮੇ ਜਿਹੇ ਕੱਦਾ, ਉਹਨੂੰ ਮੈਂ ਨਹੀਂ ਜਾਣਦਾ ਸੀ। ਉਹ ਮੇਰੇ ਨਾਲ, ਉਹਨੇ ਮੇਰੇ ਮੂੰਹ ਤੇ ਬੂਟ ਮਾਰੇ। ਮੇਰੇ ਇੱਕ ਹੱਥ ਨਾਲ ਮੇਰੇ ਹੱਥ ਨੱਪ ਲੈਂਦਾ ਸੀ ਪੈਰ ਨਾਲ, ਦੂਜੇ ਪੈਰ ਨਾਲ ਮੇਰੇ ਬੂਟ ਮਾਰਦਾ ਸੀ। ਜਿਹੜੇ ਮੁੰਡੇ ਉੱਥੇ ਸੀ ਬੜੇ ਚੱਪਲਾਂ ਨਾਲ ਕੁੱਟਦੇ। ਫਿਰ ਮੈਨੂੰ ਅੰਦਰ, ਫਿਰ ਇਹਨਾਂ ਸਾਰਿਆਂ ਕੋਲ ਬਹਾਤਾ। ਉਸ ਤੋਂ ਬਾਅਦ ਐਂ ਵਾਰ-ਵਾਰ ਕਿਸੇ ਨੂੰ 20 ਮਿੰਟ ਬਾਅਦ ਲੈ ਜਾਂਦੇ, ਛੱਡ ਜਾਂਦੇ, ਐਂ ਹਰੇਕ ਬੰਦੇ ਨਾਲ ਤਸੱਜਤ ਹੁੰਦੀ ਗਈ। ਉਸ ਤੋਂ ਬਾਅਦ ਅਗਲੇ ਦਿਨ ਫਿਰ 20 ਮਿੰਟ ਮੈਨੂੰ ਕਹਿੰਦੇ ਵੀ ਡੰਡ ਬੈਠਕਾ ਮਾਰ। 25 ਡੰਡ ਬੈਠਕਾਂ ਮਰਾਉਂਦੇ ਤੇ ਇੱਕ ਗਿਣਦੇ। ਇਸ ਤਰ੍ਹਾਂ ਮੇਰੇ ਪੇਟ ਦੇ ਵਿੱਚ ਸੋਜ ਹੋ ਗਈ। ਸੋਜ ਹੋਣ ਤੋਂ ਬਾਅਦ ਮੈਨੂੰ ਇਹਨਾਂ ਨੇ ਇੱਕ ਦਿਨ ਨਹੀਂ ਬੁਲਾਇਆ। ਫਿਰ ਸਾਡੀ ਅਗਲੇ ਦਿਨ ਜਦੋਂ ਪੇਸ਼ੀ ਸੀ, ਪੇਸ਼ੀ ਅੰਦਰ ਲੈ ਕੇ ਪੇਸ਼ ਕਰਨਾ ਸੀ ਅਦਾਲਤ ਦੇ ਵਿੱਚ। ਉਸ ਤੋਂ ਇੱਕ ਦਿਨ ਪਹਿਲਾਂ, ਮੈਨੂੰ ਉਹ ਤਰੀਕ ਨਹੀਂ ਯਾਦ, ਇੱਕ ਦਿਨ ਪਹਿਲਾਂ ਸਾਨੂੰ ਇੱਕ ਅਲੱਗ ਕਮਰੇ 'ਚ ਲੈ ਗਏ। ਉੱਥੇ ਕਮਰੇ 'ਚ ਲਿਜਾ ਕੇ ਕਹਿੰਦੇ ਵੀ ਤੁਹਾਨੂੰ ਸੁਨਾਰੀਆ ਜੇਲ੍ਹ ਤੋਂ ਪ੍ਰਸ਼ਾਦ ਆਇਆ ਤੇ ਤੁਹਾਨੂੰ ਉਹ ਖਵਾਉਣਾ। ਇਹ ਵਰਡਿੰਗ ਕੀ ਸੀ? ਇਹ ਉੱਥੇ ਇੱਕ ਅਫਸਰ ਸੀ, ਉਹ ਲੰਗ ਮਾਰਦਾ ਸੀ, ਮੈਨੂੰ ਨਾਂ ਨਹੀਂ ਪਤਾ ਉਹਦਾ। ਕਿਹੜੇ ਥਾਣੇ ਦਾ? ਮਹਿਣੇ ਥਾਣੇ ਦੇ ਵਿੱਚ। ਹਾਂਜੀ, ਉੱਥੇ ਇੱਕ ਬਾਥਰੂਮ ਬਣਿਆ ਸੀ ਅਲੱਗ ਕਮਰੇ ਦੇ ਵਿੱਚ। ਉੱਥੇ ਦੋਵੇਂ ਨੇ ਬੰਦਿਆਂ ਨੇ ਬਾਹਾਂ ਨੱਪੀਆਂ, ਬਾਹਾਂ ਨੱਪ ਕੇ ਚਮਚੇ ਨਾਲ ਗੰਦਗੀ ਪਾਈ। ਗੰਦਗੀ ਅਸੀਂ ਨੰਗਾਉਂਦੇ ਨਹੀਂ ਸੀ, ਢਿੱਡ ਦੇ ਉੱਤੇ ਲੱਤਾਂ ਮਾਰੀਆਂ, ਕਹਿੰਦੇ ਇਹਨੂੰ ਨੰਗਾ। ਜਦੋਂ ਗੰਦਗੀ ਫਿਰ ਸਾਨੂੰ ਨੰਗਾਈ, ਜਦੋਂ ਮੁੜ ਕੇ ਇੱਕ ਨਾਲ ਫਲੱਸ਼ ਬਣੀ ਹੋਈ ਸੀ, ਉਹ 'ਚ ਚੂਲ ਭਰ ਕੇ ਪਾਣੀ ਪਿਆਇਆ। ਚੂਲ ਭਰ ਕੇ ਪਾਣੀ ਪਿਆਉਣ ਤੋਂ ਬਾਅਦ ਵਾਰ-ਵਾਰ ਫਿਰ ਮੈਨੂੰ ਛੱਡਤਾ। ਫਿਰ ਦੂਸਰੇ ਬੰਦੇ ਨੂੰ ਲਿਆਉਂਦੇ, ਹਰੇਕ ਨਾਲ ਇਸੇ ਤਰ੍ਹਾਂ ਤਸੱਦਦ ਕੀਤੀ।